ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡਾ ਸਵਾਗਤ ਕਰਦਾ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਕਾਨੂੰਨ। ਸੰਸਦੀ ਕਮੇਟੀ ਦਾ ਗੁਪਤ ਏਜੰਡਾ ਹੋਇਆ ਬੇਪਰਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਵਿੱਚੋਂ ਜੇਕਰ ਗੱਲ ਕਰੀਏ ਜ਼ਰੂਰੀ ਵਸਤਾਂ ਸੋਧ ਕਾਨੂੰਨ ਦੀ, ਉਸ ਬਾਰੇ ਕੱਲ੍ਹ ਲੰਘੇ ਦਿਨ ਜਿਹੜਾ ਹੈਗਾ ਸੰਸਦੀ ਕਮੇਟੀ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਸਿਫਾਰਸ਼ਾਂ ਕੀਤੀਆਂ। ਅਸੀਂ ਜਾਣਨਾ ਚਾਹਾਂਗੇ ਇਸ ਕਾਨੂੰਨ 'ਚ ਇਹੋ ਜਿਹਾ ਕੀ ਹੈ ਵੀ ਕਿ ਜਿਹੜਾ ਸੰਸਦੀ ਕਮੇਟੀ ਨੇ ਇਸ ਕਾਨੂੰਨ ਨੂੰ ਪੇਸ਼ ਕਰਨ ਦੇ ਵਿੱਚ ਜਾਂ ਲਾਗੂ ਕਰਨ 'ਚ ਇੰਨੀ ਕਾਹਲ ਕੀਤੀ ਹੈ। ਇਹਦੇ ਪਿੱਛੇ ਗੁਪਤ ਏਜੰਡਾ ਕੀ ਹੈ ਸਰਕਾਰ ਦਾ? ਅਸਲ 'ਚ ਇੱਕ ਨਾ ਪੰਜਾਬੀ ਦੀ ਅਖਾਣ ਹੈ, ਚੋਰ ਨਾਲੋਂ ਭੰਡ ਕਾਲੀ। ਇਹਦੇ ਵਿੱਚ ਮੈਨੂੰ ਇਹ ਤਾਂ ਨਹੀਂ ਪਤਾ ਕਿ ਚੋਰ ਕੌਣ ਹੈ, ਪਰ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰਦੇ ਹੋ, ਸੰਸਦੀ ਕਮੇਟੀ ਦੀ, ਇਹਨੇ ਜ਼ਰੂਰ ਇੱਕ ਤਰ੍ਹਾਂ ਦੀ ਪੰਡ ਦੀ ਜਿਹੜੀ ਭੂਮਿਕਾ ਹੈ ਉਹ ਪਰਫਾਰਮ ਕੀਤੀ ਹੈਗੀ ਹੈ। ਤਾਂ ਕੱਲ੍ਹ ਸ਼ੁੱਕਰਵਾਰ ਵਾਲੇ ਦਿਨ ਜਿਹੜੀ ਸੰਸਦੀ ਕਮੇਟੀ ਹੈ ਖੁਰਾਕ ਮੰਤਰਾਲੇ ਦੀ, ਔਰ ਜਿਹਦੇ 30 ਮੈਂਬਰ ਅਲੱਗ-ਅਲੱਗ ਪਾਰਟੀਆਂ 'ਚੋਂ ਲਏ ਗਏ ਸੀ, ਉਸਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਹੈਗੀ ਹੈ। ਤਾਂ ਇਸ ਰਿਪੋਰਟ ਦੇ ਵਿੱਚ ਕੀ ਹੈ ਉਹਦੀ ਚਰਚਾ ਆਪਾਂ ਅੱਗੇ ਜਾ ਕੇ ਕਰਾਂਗੇ। ਮੇਨ ਏਜੰਡਾ ਆਪਣਾ ਇਹ ਹੈਗਾ ਕਿ ਇਸ ਨੂੰ, ਰਿਪੋਰਟ ਨੂੰ ਇੰਨਾ ਤੱਦੀ ਨਾਲ ਕਿਉਂ ਜਾਰੀ ਕੀਤਾ ਗਿਆ, ਪੇਸ਼ ਕੀਤਾ ਗਿਆ ਲੋਕ ਸਭਾ ਦੇ ਵਿੱਚ, ਜਾਂ ਇਹਦੀ ਟਾਈਮਿੰਗ ਇਸ ਤਰ੍ਹਾਂ ਦੀ ਕਿਉਂ ਰਹੀ ਹੈਗੀ ਹੈ, ਉਹ ਜ਼ਿਆਦਾ ਇੰਪੋਰਟੈਂਟ ਹੈ। ਦੇਖੋ, ਵੈਸੇ ਤਾਂ ਜਿਹੜੇ ਤਿੰਨੇ ਖੇਤੀ ਕਾਨੂੰਨ ਹੈ ਉਹ ਤਿੰਨੇ ਖੇਤੀ ਲਈ ਬੜੇ ਮਾਰੂ ਹੈ, ਕਿਸਾਨਾਂ ਲਈ ਬੜੇ ਖਤਰਨਾਕ ਨੇ, ਪਰ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ ਇਹ ਜ਼ਿਆਦਾ ਆਮ ਜਿਹੜਾ ਗਰੀਬ ਲੋਕ ਹੈ, ਹਰ ਆਦਮੀ ਦੀ ਜ਼ਿੰਦਗੀ ਨੂੰ ਜਿਹੜਾ ਇਹ ਪ੍ਰਭਾਵਿਤ ਕਰਨ ਵਾਲਾ ਐਕਟ ਹੈਗਾ। ਇਸ ਕਰਕੇ ਇਸ ਨੂੰ ਬੜੀ ਕਾਹਲੀ ਨਾਲ ਪੇਸ਼ ਕੀਤਾ ਗਿਆ। ਜਿਹੜੀ ਅਸੀਂ ਇਸ ਚਰਚਾ ਦਾ ਮੁੱਢ ਬੰਨ੍ਹਦੇ ਹਾਂ ਇਸ ਗੱਲ ਤੋਂ ਕਿ ਇਹ ਕਮੇਟੀ ਦਾ ਜਿਹੜਾ ਮੇਨ ਮੁਖੀਆ ਸੀ ਉਹ ਸੀਗਾ TMC ਦਾ ਆਗੂ ਸੰਸਦ ਮੈਂਬਰ ਸੁਦੀਪ। ਪੱਛਮੀ ਬੰਗਾਲ 'ਚ ਇਸ ਵੇਲੇ ਚੋਣਾਂ ਹੋ ਰਹੀਆਂ ਨੇ। ਉਸ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਚੇਅਰਪਰਸਨ ਬਣਾਇਆ ਜਾਂਦਾ ਹੈ ਅਜੇ ਮਿਸ਼ਰਾ, ਜਿਹੜਾ ਭਾਜਪਾ ਨੂੰ ਬਿਲੋਂਗ ਕਰਦਾ ਹੈਗਾ। ਕਿਉਂਕਿ ਸਰਕਾਰ ਸਮਝਦੀ ਹੈ, ਜਾਂ ਆਪਾਂ ਕਹਿ ਦਈਏ ਕਿ ਜਿਹੜਾ ਉਹਦਾ ਆਗੂ ਹੈ ਕਮੇਟੀ ਦਾ, ਉਹ ਵੀ ਸਰਕਾਰ ਦੇ ਇਸ਼ਾਰੇ 'ਤੇ ਉਸਨੇ ਕੀਤਾ ਹੋਏਗਾ ਇਹ ਸਾਰਾ ਕੁਛ, ਤਾਂ ਉਹ ਸਮਝਦੇ ਕਿ ਬੜਾ ਢੁਕਵਾਂ ਮੌਕਾ ਹੈਗਾ ਕਿ ਜਦੋਂ ਪੱਛਮੀ ਬੰਗਾਲ 'ਚ ਚੋਣਾਂ ਨੇ ਔਰ ਇਹਦਾ ਜਿਹੜਾ ਚੇਅਰਪਰਸਨ ਹੈ ਉਹ ਚੋਣਾਂ ਦੇ ਵਿੱਚ ਵਿਅਸਤ ਹੈ, ਰੁੱਝਿਆ ਹੋਇਆ ਹੈ, ਤਾਂ ਇਸ ਮੌਕੇ ਨੂੰ ਕਿਉਂ ਨਾ ਯੂਜ਼ ਕੀਤਾ ਜਾਵੇ। ਇੱਕ ਹੋਰ ਬਹੁਤ ਵੱਡਾ ਗੁਪਤ ਨੁਕਤਾ ਹੈਗਾ ਜਿਹੜਾ ਅਸੀਂ ਅੱਗੇ ਜਾ ਕੇ ਸਾਂਝਾ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ। ਤਾਂ ਇਹਦੇ ਵਿੱਚ ਇਹ ਹੋਇਆ, ਆਤਿਸ਼, ਜਿੱਥੋਂ ਗੱਲ ਸ਼ੁਰੂ ਹੁੰਦੀ ਹੈਗੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ 20 ਤਰੀਕ ਨੂੰ ਇਹ ਰਿਪੋਰਟ ਪੇਸ਼ ਹੁੰਦੀ ਹੈ, 18 ਮਾਰਚ ਨੂੰ ਇਸ ਦੀ ਮੀਟਿੰਗ ਹੁੰਦੀ ਹੈ, ਇੱਕ ਇਸ ਦੀ 16 ਮਾਰਚ ਨੂੰ ਮੀਟਿੰਗ ਹੁੰਦੀ ਹੈ। ਹੁਣ ਇਸੇ ਐਕਟ ਨੂੰ ਕਿਉਂ ਚੂਜ਼ ਕੀਤਾ ਗਿਆ? ਕਿਉਂਕਿ ਇਹ ਐਕਟ ਹੈ ਜਿਹੜਾ ਉਹ ਜ਼ਿਆਦਾ ਬੁੱਕਤ ਰੱਖਦਾ, ਚਾਹੇ ਸਾਰੇ ਤਿੰਨੇ ਕਾਨੂੰਨਾਂ, ਖੇਤੀ ਕਾਨੂੰਨਾਂ ਦੀ ਇੱਕੋ ਜਿਹੀ ਇੰਪੋਰਟੈਂਸ ਹੈਗੀ ਹੈ, ਪਰ ਇਹਦੀ ਬੁੱਕਤ ਜ਼ਿਆਦਾ ਹੈਗਾ ਕਿਉਂਕਿ ਇਹ ਕਾਰਪੋਰੇਟਸ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਅਤੇ ਸਰਕਾਰ ਦੀ ਇਹ ਮਨਸ਼ਾ ਹੈ, ਇੱਛਾ ਹੈਗੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਕਾਨੂੰਨ ਹੈ ਜਿਹੜਾ ਉਹ ਜਿੰਦਾ ਰਹਿ ਜੇ, ਉਹ ਲਾਗੂ ਰਹਿ ਜੇ। ਜੇ ਦੇਰ ਸਵੇਰ ਕੋਈ ਦੂਜੇ ਕਾਨੂੰਨ ਵਾਪਸ ਵੀ ਲੈਣੇ ਪੈਂਦੇ ਨੇ, ਉਹ ਪੱਕੀ ਮੋਹਰ ਹੈ ਜਿਹੜੀ ਸੰਸਦੀ ਕਮੇਟੀ ਤੋਂ ਜਿਹੜੀ ਸਰਕਾਰ ਹੈ ਇਸ ਕਾਨੂੰਨ 'ਤੇ, ਐਸੈਂਸ਼ੀਅਲ ਕਮੋਡਿਟੀ ਐਕਟ ਹੈ ਜਿਹੜਾ, ਉਸ 'ਤੇ ਲਵਾਉਣਾ ਚਾਹੁੰਦੀ ਸੀਗੀ। ਤਾਂ 16 ਤਰੀਕ ਨੂੰ ਆਪਾਂ ਜਿੱਥੋਂ ਗੱਲ ਕੀਤੀ ਹੈ ਸ਼ੁਰੂ, 16 ਮਾਰਚ ਨੂੰ ਇਸ ਦੀ ਮੀਟਿੰਗ ਹੁੰਦੀ ਹੈ, 18 ਮਾਰਚ ਨੂੰ ਇਸ ਦੀ ਮੀਟਿੰਗ ਹੁੰਦੀ ਹੈ, ਔਰ ਇੰਨੀ ਕਾਹਲੀ ਦੇ ਵਿੱਚ 20 ਮਾਰਚ ਨੂੰ ਹੀ ਇਸ ਨੂੰ ਸੰਸਦੀ ਕਮੇਟੀ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ। ਉਸ ਤੋਂ ਪਹਿਲਾਂ ਤਾਂ ਜੇ ਆਪਾਂ ਦੇਖੀਏ, ਜਿਹੜਾ TMC ਦਾ ਆਗੂ ਸੰਸਦ ਮੈਂਬਰ ਹੈ ਜਿਹਦਾ ਆਪਾਂ ਜ਼ਿਕਰ ਕਰਦੇ ਹੈਗੇ ਹਾਂ, ਮਿਸਟਰ ਸੁਦੀਪ ਹੈ ਜਿਹੜਾ, ਉਸਨੇ ਇਹ ਗੱਲ ਬੜੀ ਕੈਟੇਗਰੀਕਲੀ ਕਹੀ ਸੀਗੀ ਕਿ ਜਦੋਂ ਵੀ ਇਹਨਾਂ ਨੂੰ ਆਪਾਂ ਲਾਗੂ ਕਰਨਾ ਹੈਗਾ ਜਾਂ ਇਹ ਰਿਪੋਰਟ ਦੇਣੀ ਹੈਗੀ ਹੈ, ਤਾਂ ਉਸ ਤੋਂ ਪਹਿਲਾਂ ਇਸ ਗੱਲ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਜਿਹੜੀ ਕਿਸਾਨਾਂ ਦਾ ਘੋਲ ਚੱਲ ਰਿਹਾ ਜਾਂ ਕਿਸਾਨਾਂ ਦਾ ਇੰਟਰਸਟ ਹੈ ਉਹ ਕਿਸੇ ਰੂਪ ਦੇ ਵਿੱਚ ਡੈਮੇਜ ਨਾ ਹੁੰਦਾ ਹੋਵੇ। ਤਾਂ ਸਰਕਾਰ ਨੇ ਉਹਦੀ ਜਿਹੜੀ ਅੰਦਰਲੀ ਹੈ ਗੱਲ ਨੂੰ ਭਾਪ ਲਿਆ ਸੀਗਾ ਸੁਦੀਪ ਦੀ ਨੂੰ। ਇਸ ਕਰਕੇ ਉਹ ਜਿਉਂ ਹੀ ਉਹ ਉਧਰ ਚੋਣਾਂ 'ਚ ਰੁੱਝਿਆ ਤਾਂ ਇਹਨਾਂ ਨੇ ਧੜਾ ਧੜੀ ਰਾਤੋਂ ਰਾਤ ਮੀਟਿੰਗਾਂ ਕੀਤੀਆਂ। ਕਾਂਗਰਸ ਦੇ ਵੀ ਕੁਝ ਇਹਦੇ ਵਿੱਚ ਮੈਂਬਰ ਸ਼ਾਮਲ ਸੀਗੇ, ਆਤਿਸ਼। ਤਾਂ ਕਾਂਗਰਸ ਦੇ ਮੈਂਬਰ ਨੇ ਇਹ ਇੱਕ ਗੱਲ ਨੇ ਸਪਸ਼ਟ ਕੀਤਾ ਹੈਗਾ, ਸਪੀਕਰ ਦੇ ਕੋਲ ਲੈਟਰ ਵੀ ਉਹਨਾਂ ਨੇ ਲਿਖਿਆ ਹੈਗਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਰਿਪੋਰਟ ਨਾਲ। ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈਗੀ ਹੈ ਕਿ ਮੈਨੂੰ ਸਿਰਫ 15 ਘੰਟਿਆਂ ਦਾ ਨੋਟਿਸ ਦਿੱਤਾ ਗਿਆ ਇਹ ਮੀਟਿੰਗ ਵਿੱਚ ਹਾਜ਼ਰ ਹੋਣ ਲਈ,
ਕਿ ਜਦੋਂ ਕਿ ਕੋਈ ਇਸ ਤਰ੍ਹਾਂ ਦੀ ਤੱਦੀ ਤਾਂ ਹੈ ਨਹੀਂ ਸੀ। ਜਿਹੜੇ ਕਾਨੂੰਨਾਂ ਦਾ ਅੱਜ ਕਿਸਾਨ ਰੌਲਾ ਪਾ ਰਹੇ ਨੇ, ਜਿਹੜਾ ਉਹ ਕਹਿ ਰਹੇ ਨੇ ਕਿ ਤੁਸੀਂ ਜਿੰਨੇ ਵੀ ਸਟੇਕ ਹੋਲਡਰ ਨੇ ਕਿਸੇ ਨਾਲ ਤੁਸੀਂ ਮਸ਼ਵਰਾ ਨਹੀਂ ਕੀਤਾ, ਤਾਂ ਉਦੋਂ ਵੀ ਤਾਂ ਇਹੀ ਗੱਲ ਚੱਲੀ ਸੀ ਕਿ ਘੱਟੋ ਘੱਟ ਪਾਰਲੀਮੈਂਟ ਵਿੱਚ ਆਰਡੀਨੈਂਸ ਆਉਣ ਤੋਂ ਪਹਿਲਾਂ ਜਾਂ ਕਾਨੂੰਨ ਬਣਨ ਤੋਂ ਪਹਿਲਾਂ ਇਹਦੀ ਕੋਈ ਸੰਸਦੀ ਕਮੇਟੀ ਬਣਾ ਦਿੱਤੀ ਜਾਵੇ, ਜਿਹਦੇ ਵਿੱਚ ਇਹ ਮਾਮਲਾ ਸਾਰੇ ਐਮਪੀਜ਼ ਆ ਜਿਹੜੇ ਵਿਚਾਰ ਲੈਣ, ਕਿਉਂਕਿ ਇਹ ਇੱਕ ਤਰ੍ਹਾਂ ਦਾ ਇਹ ਕੰਟਰੋਵਰਸੀਅਲ ਕਾਨੂੰਨ ਹੈਗੇ ਨੇ, ਉਸ ਤੋਂ ਪਹਿਲਾਂ ਵਿਚਾਰੇ ਜਾਣੇ ਜ਼ਰੂਰੀ ਨੇ। ਤੇ ਕਿਸਾਨ ਵੀ ਤਾਂ ਇਹੀ ਕਹਿੰਦੇ ਸੀ। ਹੁਣ ਜਿਹੜੀ ਕਮੇਟੀ ਨੇ ਰਿਪੋਰਟ ਰੱਖੀ ਹੈ, ਉਹਨੇ ਫੇਰ ਇਹ ਗਲਤੀ ਕਰ ਦਿੱਤੀ ਹੈਗੀ ਹੈ। ਉਹਨੇ ਕਿਸੇ ਵੀ ਜਿਹੜਾ ਸਟੇਕ ਹੋਲਡਰ ਹੈ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ, ਉਹਨਾਂ ਦਾ ਕੋਈ ਪੱਖ ਨਹੀਂ ਸੁਣਿਆ ਗਿਆ। ਇਹ ਵੀ ਧੜਾਧੜੀ ਉਹਨਾਂ ਨੇ ਪੇਸ਼ ਕਰਨ ਦੀ ਜਿਹੜੀ ਜ਼ਿਆਦਾ ਤਰੱਦੀ ਦਿਖਾਈ ਹੈਗੀ ਹੈ। ਤਾਂ ਇਹ ਤੋਂ ਬਿਨਾਂ ਇੱਕ ਜਿਹੜਾ ਹੋਰ ਮਸਲਾ ਇਹਦੇ ਵਿੱਚ ਖਾਸ ਮੈਂਬਰ ਹੈ ਜਿਹੜਾ ਇਹਦਾ, ਉਹ ਹੈਗਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ। ਭਗਵੰਤ ਮਾਨ ਨੇ ਇਸ ਅੰਦਰ ਕੀ ਕਿਹਾ ਆਮ ਆਦਮੀ ਪਾਰਟੀ ਦੱਸ ਸਕਦੀ ਹੈਗੀ ਹੈ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸਨੇ 16 ਮਾਰਚ ਵਾਲੀ ਮੀਟਿੰਗ ਅਟੈਂਡ ਕੀਤੀ, ਉਸਨੇ 18 ਮਾਰਚ ਵਾਲੀ ਮੀਟਿੰਗ ਅਟੈਂਡ ਕੀਤੀ। ਮੈਂ ਉਹ ਸਾਰੀ ਰਿਪੋਰਟ ਪੜ੍ਹੀ ਹੈਗੀ ਹੈ, ਉਹਦੇ ਵਿੱਚ ਇਹ ਹਾਜ਼ਰ ਨੇ ਭਗਵੰਤ ਮਾਨ ਹੋਰੀ। ਪਰ 18 ਮਾਰਚ ਤੋਂ ਬਾਅਦ ਜਦੋਂ TMC ਦੇ ਬਾਕੀ ਨੇਤਾ ਕਲੀਅਰ ਕਰ ਦਿੰਦੇ ਨੇ, ਕੱਲ ਉਹਨਾਂ ਦੇ ਬਿਆਨ ਆਏ ਨੇ, ਕਾਂਗਰਸ ਪਾਰਟੀ ਕਲੀਅਰ ਕਰ ਦਿੰਦੀ ਹੈ ਕਿ ਅਸੀਂ ਇਸ ਰਿਪੋਰਟ ਨਾਲ ਸਹਿਮਤ ਨਹੀਂ। ਭਗਵੰਤ ਮਾਨ ਹੋਰਾਂ ਨੇ 18 ਮਾਰਚ ਨੂੰ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਕੋਈ ਬਿਆਨ ਨਹੀਂ ਦਿੱਤਾ, 19 ਮਾਰਚ ਨੂੰ ਕੋਈ ਬਿਆਨ ਨਹੀਂ ਦਿੱਤਾ, 20 ਮਾਰਚ ਨੂੰ ਪੇਸ਼ ਹੋਣ ਤੋਂ ਬਾਅਦ ਕੋਈ ਸਟੇਟਮੈਂਟ ਨਹੀਂ ਦਿੱਤੀ। ਅੱਜ ਕੀ ਕਿਹਾ ਇਸ ਦਾ ਸਾਨੂੰ ਹਜੇ ਤੱਕ ਪਤਾ ਨਹੀਂ ਲੱਗ ਸਕਿਆ। ਤਾਂ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਅੱਜ ਬਾਘਾ ਪੁਰਾਣਾ ਦੇ ਵਿੱਚ ਉੱਥੇ ਉਹਨਾਂ ਨੇ ਕਿਸਾਨਾਂ ਦਾ ਮਹਾਂ ਸੰਮੇਲਨ ਕੀਤਾ ਹੈ ਔਰ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਹੀ ਹੈਗੀ ਹੈ, ਤੇ ਦੂਸਰੀ ਤਰਫ ਉਹਨਾਂ ਦੇ ਜਿਹੜੇ MP ਹੈ ਭਗਵੰਤ ਮਾਨ ਹੋਰੀ, ਉੱਥੇ ਕੀ ਕਰਕੇ ਆਏ ਹੈ, ਇਹ ਸਾਡੇ ਆਉਂਦੇ ਦਿਨਾਂ 'ਚ ਸਾਡੇ ਸਾਹਮਣੇ ਆ ਜਾਏਗਾ। ਜਿਹੜੀ ਆਪਾਂ ਗੱਲ ਸੀਰੀਅਸ ਜਾਂ ਆਪਾਂ ਕਹਿ ਦਈਏ ਕਿ ਜਿਹੜਾ ਮੇਨ ਸਾਡਾ ਅੱਜ ਸਬਜੈਕਟ ਸੀਗਾ ਕਿ ਇਹਦੇ ਪਿੱਛੇ ਗੁਪਤ ਏਜੰਡਾ ਕੀ ਹੈ ਜਾਂ ਇਹਦੇ ਪਿੱਛੇ ਕਾਹਲ ਕਿਉਂ ਕੀਤੀ ਗਈ, ਆਤਿਸ਼ ਬੜੀ ਸਾਫ਼ ਗੱਲ ਹੈਗੀ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ ਇੱਕ ਤੁਹਾਡੇ ਚੇਤੇ ਹੋਏਗਾ ਕਿ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀਗਾ 12 ਜਨਵਰੀ ਨੂੰ, ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਇਹ ਆਪਣੀ ਰਿਪੋਰਟ ਕਮੇਟੀ ਦੇਗੀ। ਤੇ ਤੁਹਾਨੂੰ ਇਹ ਵੀ ਭਲੀ ਭਾਂਤ ਚੇਤਾ ਹੋਏਗਾ ਕਿ ਉਹਦੇ 'ਚ ਜਿਹੜੇ ਭੁਪਿੰਦਰ ਸਿੰਘ ਮਾਨ ਹੋ ਰਹੀ ਸੀ ਉਹ ਵਿਡਰਾਅ ਕਰ ਗਏ ਸੀਗੇ, ਤਾਂ ਉਹ 2 ਮਹੀਨਿਆਂ ਦਾ ਅਰਸਾ ਉਸ ਕਮੇਟੀ ਨੂੰ ਦਿੱਤਾ ਗਿਆ ਸੀਗਾ। ਤਾਂ ਉਹ 2 ਮਹੀਨਿਆਂ ਦਾ ਅਰਸਾ ਪੂਰਾ ਹੋ ਚੁੱਕਾ ਹੈ ਤੇ ਹੁਣ ਕਮੇਟੀ ਨੇ, ਮੈਨੂੰ ਜਿਹੜਾ ਮੇਰੇ ਸਰੋਤਾਂ ਤੋਂ ਪਤਾ ਲੱਗਿਆ ਕਿ ਇਸ ਆਉਂਦੇ ਹਫ਼ਤੇ, ਕੱਲ੍ਹ ਵੀ ਹੋ ਸਕਦੀ ਹੈ, ਪਰਸੋਂ ਵੀ, ਉਹ ਰਿਪੋਰਟ ਹੈ ਜਿਹੜੀ ਸੁਪਰੀਮ ਕੋਰਟ ਕੋਲ ਸਬਮਿਟ ਕਰਨੀ ਹੈ। ਤਾਂ ਸਰਕਾਰ ਨੂੰ ਇੱਕ ਇਹ ਸੀਗਾ, ਇਸ ਜਿਹੜੀ ਸੰਸਦੀ ਕਮੇਟੀ ਦੀ ਰਿਪੋਰਟ ਆਈ ਹੈ ਕਿ ਇਹ ਇੱਕ ਹੋਰ ਸਟੈਂਪ ਲੱਗ ਜਾਏਗੀ ਕਿ ਅਸੀਂ ਉਸ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਹੈ ਉਹਦੇ ਕੋਲੇ ਆਪਣਾ ਪੱਖ ਰੱਖ ਸਕਾਂਗੇ ਕਿ ਦੇਖੋ ਜੀ ਕਿ ਸੰਸਦੀ ਕਮੇਟੀ ਜਿਹਦੇ ਵਿੱਚ ਹਰ ਪਾਰਟੀ ਦੇ ਮੈਂਬਰ ਸ਼ਾਮਲ ਸੀ, ਹੁਣ ਤਾਂ ਉਹਨਾਂ ਨੇ ਵੀ ਇਸ ਨੂੰ ਚੰਗਾ ਕਹਿ ਦਿੱਤਾ। ਇਸ ਕਰਕੇ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਨਾਲ ਪੱਖ ਮਜ਼ਬੂਤ ਹੋਏਗਾ। ਇਸੇ ਕਰਕੇ ਸਾਰਾ ਕੁਝ ਕਾਲ ਦੇ ਵਿੱਚ ਕੀਤਾ ਗਿਆ ਔਰ ਬੜਾ ਗੁਪਤ ਤਰੀਕੇ ਨਾਲ ਕੀਤਾ ਗਿਆ। ਚਰਨਜੀਤ ਜੀ, ਜਿਵੇਂ ਆਪਾਂ ਸ਼ੁਰੂਆਤ 'ਚ ਹੀ ਗੱਲ ਕਰਕੇ ਹਟੇ ਹਾਂ ਵੀ ਕਿ ਵੈਸੇ ਤਾਂ ਇਹ ਤਿੰਨੋਂ ਕਾਨੂੰਨ ਜਿਹੜੇ ਹੈਗੇ ਆ ਖੇਤੀ ਵਿਰੋਧੀ ਨੇ, ਪਰ ਅਸੀਂ ਗੱਲ ਕਰ ਰਹੇ ਹਾਂ ਜ਼ਰੂਰੀ ਵਸਤਾਂ ਸੋਧ ਕਾਨੂੰਨ ਦੀ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਕਾਨੂੰਨ 'ਚ ਇਹੋ ਜਿਹਾ ਕੀ ਹੈ ਕਿ ਜਿਹੜਾ ਸਰਕਾਰ ਚੱਕਵੇਂ ਪੈਰੀ ਹੋਈ ਹੈ ਕਿ ਇਸ ਨੂੰ ਲਾਗੂ ਕੀਤਾ ਜਾਵੇ। ਦੇਖੋ, ਇਹ ਤਾਂ ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੇ ਤਿੰਨੇ ਕਾਨੂੰਨ ਹੈ ਉਹ ਇਕੁਅਲ ਇੰਪੋਰਟੈਂਟ ਹੈਗੇ ਨੇ, ਇੱਕੋ ਜਿਹੀ ਮਹੱਤਤਾ ਰੱਖਦੇ ਨੇ। ਪਰ ਜਿਹੜਾ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ, ਇਹ ਹਰ ਮਾਤੜ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈਗਾ। ਪਰ ਇਹਦੇ ਐਕਟ ਦੇ ਵਿੱਚ ਕੀ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਜਿਹੜਾ ਕਾਰਪੋਰੇਟ ਦੇ ਜਿਹੜੇ ਹੱਥ ਹੈ ਉਹ ਮਜ਼ਬੂਤ ਕੀਤੇ ਗਏ ਹੈ। ਸਰਕਾਰ ਨੇ ਇਸ ਐਕਟ ਦੇ ਰਾਹੀਂ ਕਾਰਪੋਰੇਟਸ ਨੂੰ ਬਹੁਤ ਸਾਰੀਆਂ ਜਾਂ ਕੰਪਨੀਆਂ ਨੂੰ ਛੋਟਾਂ ਦਿੱਤੀਆਂ ਗਈਆਂ ਨੇ ਕਿ ਉਹ ਆਪਣੀ ਮਨਮਰਜ਼ੀ ਨਾਲ ਕਿੰਨਾ ਵੀ ਜਿਹੜਾ ਫੂਡ ਗ੍ਰੇਨ ਆ, ਜਿਹੜਾ ਅਨਾਜ ਹੈ, ਉਸ ਨੂੰ ਭੰਡਾਰ ਕਰ ਸਕਦੇ ਆ, ਸਟੋਰ ਕਰ ਸਕਦੇ ਨੇ। ਤਾਂ ਇਹਦੇ ਵਿੱਚ ਕੀ ਹੋਇਆ ਕੀ ਕਰੇਗਾ ਕਿ ਜਦੋਂ ਵੀ ਕਿਸਾਨਾਂ ਦੀ ਫਸਲ ਆਏਗਾ, ਹਾਰਵੈਸਟਿੰਗ ਦਾ ਸੀਜ਼ਨ ਹੋਇਆ ਕਰੇਗਾ, ਜਿੰਨੀਆਂ ਵੀ ਕੰਪਨੀਆਂ ਨੇ ਉਹ ਪਹਿਲਾਂ ਆਪਣੇ ਕੋਲਡ ਸਟੋਰ ਬਣਾਉਣਗੀਆਂ, ਆਪਣਾ ਇਨਫਰਾਸਟ੍ਰਕਚਰ ਖੜਾ ਕਰਨਗੀਆਂ, ਆਪਣੇ ਜਿਹੜੇ ਗੋਦਾਮ ਬਣਾਉਣਗੀਆਂ। ਤਾਂ ਹਾਰਵੈਸਟਿੰਗ ਦੇ ਸੀਜ਼ਨ ਦੇ ਵਿੱਚ ਉਹ ਵੱਧ ਤੋਂ ਵੱਧ ਜਿਹੜਾ ਫੂਡ ਗ੍ਰੇਨ ਹੈ ਉਸ ਨੂੰ ਇਕੱਠਾ ਕਰਿਆ ਕਰਨਗੀਆਂ। ਤੇ ਉਸ ਤੋਂ ਬਾਅਦ ਇੱਕ ਟਾਈਮਲੀ ਜਦੋਂ ਇੱਕ ਆਰਟੀਫਿਸ਼ਲ ਜਿਹੜੀ ਥੋੜ੍ਹਾ ਹੈ ਅਨਾਜ ਦੀ ਉਹ ਪੈਦਾ ਕੀਤੀ ਜਾਏਗੀ। ਜਦੋਂ ਅਨਾਜ ਮਹਿੰਗਾ ਹੋ ਜਾਏਗਾ ਤਾਂ ਉਸ ਨੂੰ ਸੇਲ ਕਰਿਆ ਕਰਨਗੀਆਂ। ਦੇਖੋ, ਕਿਸੇ ਵੀ ਕੋਈ ਕੰਪਨੀ ਹੈ, ਚਾਹੇ ਕਾਰਪੋਰੇਟ ਘਰਾਣਾ ਹੈਗਾ, ਉਸ ਦਾ ਏਜੰਡਾ ਇਹ ਤਾਂ ਹੈ ਨਹੀਂ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਹੈ ਜਾਂ ਉਹਨਾਂ ਦਾ ਮਿਸ਼ਨ ਇਸ ਕਿਸਮ ਦਾ ਸਰਵਿਸ ਵਾਲਾ ਹੈਗਾ। ਉਹਨਾਂ ਦਾ ਤਾਂ ਇੱਕੋ ਹੀ ਏਜੰਡਾ ਹੁੰਦਾ, ਪ੍ਰੋਫਿਟ। ਤਾਂ ਉਹ ਪ੍ਰੋਫਿਟ ਦੇ ਐਂਗਲ ਤੋਂ ਸਾਰੇ ਫੈਸਲੇ ਲੈਂਦੀਆਂ ਨੇ। ਇਸੇ ਕਰਕੇ ਅੱਜ ਕੱਲ੍ਹ ਜਿਹੜਾ ਕਾਰਪੋਰੇਟਸ ਦਾ ਜਿਹੜਾ ਗਲਬਾ ਹੈਗਾ ਸਰਕਾਰਾਂ ਦੇ ਵਿੱਚ, ਪਾਰਟੀਆਂ ਦੇ ਵਿੱਚ ਜ਼ਿਆਦਾ ਵਧਿਆ ਹੋਇਆ ਹੈ। ਔਰ ਇਸ ਐਕਟ ਦੇ ਵਿੱਚ 2 ਗੱਲਾਂ ਬੜੀਆਂ ਇੰਪੋਰਟੈਂਟ ਨੇ। ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਸਰਕਾਰ ਦਾ ਜਿਹੜਾ ਦਖਲ ਹੈ ਉਹ ਬਹੁਤ ਜ਼ਿਆਦਾ ਘਟ ਗਿਆ ਹੈਗਾ। ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਕੰਪਨੀਆਂ ਨੇ ਉਹਨੂੰ ਜ਼ਿਆਦਾ ਖੁੱਲ੍ਹੀ ਛੁੱਟੀ ਮਿਲੇਗੀ ਲੋਕਾਂ ਦੀ ਲੁੱਟ ਕਰਨ ਦੀ, ਉਹਨੂੰ ਪ੍ਰੋਫਿਟ ਕਮਾਉਣ ਦੀ ਜਾਂ ਇੱਕ ਮਾਹੌਲ ਕ੍ਰੀਏਟ ਕਰਨ ਦੀ। ਜਿਸ ਤਰ੍ਹਾਂ ਇਹ ਹੈ ਕਿ ਜਿਹੜੇ ਕੋਈ ਵੀ ਕੰਪਨੀ ਜਦੋਂ ਫਲਾਂ ਔਰ ਸਬਜ਼ੀਆਂ ਨੂੰ ਸਟੋਰ ਕਰੇਗੀ, ਜਿੰਨਾ ਸਟੋਰ ਕਰੇਗੀ ਉਹਦੇ ਵਿੱਚ ਸਰਕਾਰ ਦਖਲ ਨਹੀਂ ਦੇ ਸਕੇਗੀ।
ਮੰਨ ਲਓ ਅੱਜ ਐਪਲ ਦੀ ਕੀਮਤ ਹੈ ਜਿਹੜੀ ਉਹ 100 ਰੁਪਏ ਹੈ। ਸਰਕਾਰ ਕਦੋਂ ਤੱਕ ਦਖਲ ਨਹੀਂ ਦੇ ਸਕੇਗੀ ਜਦੋਂ ਤੱਕ ਉਸ ਦੀ ਕੀਮਤ ਰਿਟੇਲ ਦੇ ਵਿੱਚ 200 ਰੁਪਏ ਨਹੀਂ ਹੋ ਜਾਂਦੀ। ਅਗਰ ਉਸ ਦੀ ਕੀਮਤ 199 ਰਹਿ ਜਾਂਦੀ ਹੈ ਤਾਂ ਸਰਕਾਰ ਉਸ ਨੂੰ ਕੋਈ ਕੰਟਰੋਲ ਨਹੀਂ ਕਰ ਸਕੇਗੀ। ਉਸਨੇ ਕਿੰਨਾ ਭੰਡਾਰ ਕਰਨਾ ਹੈ ਉਸ 'ਤੇ ਕੋਈ ਰੋਕ ਨਹੀਂ ਲਾਈ ਗਈ, ਕੋਈ ਤੈਅ ਨਹੀਂ ਕੀਤੀ ਗਈ ਸੀਮਾ ਉਸ ਦੀ ਕਿ ਇੰਨਾ ਅਨਾਜ ਹੈ ਜਿਹੜਾ ਭੰਡਾਰ ਕਰ ਸਕੇਗਾ। ਇਸ ਤਰ੍ਹਾਂ ਦਾਲਾਂ ਦੇ ਮਾਮਲੇ ਦੇ ਵਿੱਚ ਇਹ ਰੱਖਿਆ ਗਿਆ ਕਿ ਮੰਨ ਲਓ ਸਪੋਜ਼ ਕੋਈ ਦਾਲ 100 ਰੁਪਏ ਕਿਲੋ ਹੈਗੀ ਹੈ, ਅਗਰ ਉਸ ਦੀ ਕੀਮਤ 149 ਰੁਪਏ ਹੋ ਜਾਂਦੀ ਹੈ ਤਾਂ ਉਸ ਨੂੰ ਰਿਟੇਲ ਦੇ ਵਿੱਚ ਤਾਂ ਸਰਕਾਰ ਦਾ ਕੋਈ ਦਖਲ ਨਹੀਂ ਹੋਏਗਾ। ਅਗਰ 150 ਹੋਏਗੀ ਫਿਰ ਸਰਕਾਰ ਦਖਲ ਦੇ ਸਕੇਗੀ। ਇਸ ਕਰਕੇ ਸਰਕਾਰ ਦਾ ਜਿਹੜਾ ਡੰਡਾ ਹੈ ਉਹ ਬਹੁਤ ਘੱਟ ਰਹੇਗਾ, ਜਿਹਦੇ ਨਾਲ ਜਿਹੜਾ ਕਾਰਪੋਰੇਟਸ ਦਾ ਹੱਥ ਹੈ ਉਹ ਜ਼ਿਆਦਾ ਖੁੱਲ੍ਹਾ ਰਹੇਗਾ। ਇਸ ਤਰ੍ਹਾਂ ਇੱਕੋ ਇਹਦੇ ਵਿੱਚ ਹੋਰ ਹੈਗਾ ਕਿ ਜਿਹੜੇ ਪ੍ਰੋਸੈਸਿੰਗ ਯੂਨਿਟ ਹੋਣਗੇ ਜਾਂ ਐਕਸਪੋਰਟਰ ਹੋਣਗੇ ਉਹਨਾਂ ਦੀ ਇੱਕ ਸਮਰੱਥਾ ਤੇ ਜਿਨ੍ਹਾਂ ਤੋਂ ਲਾਇਸੈਂਸ ਲੈਂਦੇ ਨੇ ਉਹਨਾਂ ਉਹ ਅਨਾਜ ਭੰਡਾਰ ਕਰ ਸਕਣਗੇ। ਉਹ ਕਿੰਨੇ ਸਮੇਂ ਲਈ ਕਰ ਸਕਣਗੇ ਇਹ ਉਹਨਾਂ ਨੂੰ ਖੁੱਲ੍ਹੀ ਛਿੱਟੀ ਦਿੱਤੀ ਗਈ ਹੈ। ਸਰਕਾਰ ਕੋਈ ਉਸ ਨੂੰ ਰੋਕ ਨਹੀਂ ਸਕੇਗੀ, ਪਾਬੰਦ ਨਹੀਂ ਕਰ ਸਕੇਗੀ। ਸੋ ਇਸ ਕਿਸਮ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਾਰਪੋਰੇਟਸ ਨੂੰ ਖੁੱਲ੍ਹ ਦਿੰਦੀਆਂ ਨੇ ਤੇ ਆਮ ਬੰਦੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਕਿਉਂਕਿ ਜਿੰਨੀ ਕਾਰਪੋਰੇਟਸ ਜਿੰਨੀ ਅਨਾਜ ਨੂੰ ਆਪਣੇ ਹੱਥਾਂ ਦੇ ਵਿੱਚ ਮੁੱਠੀ ਦੇ ਵਿੱਚ ਬੰਦ ਕਰੇਗਾ ਉਨਾ ਹੀ ਜਿਹੜਾ ਆਮ ਲੋਕ ਹੈ ਜਾਂ ਗਰੀਬ ਆਦਮੀ ਆ ਉਹ ਨਪੀੜਿਆ ਜਾਏਗਾ, ਕਿਉਂਕਿ ਇਹਦੀਆਂ ਜਿਹੜੀਆਂ ਪ੍ਰਾਈਸਿਸ ਹੈ ਉਹ ਜ਼ਿਆਦਾ ਰਾਈਜ਼ ਹੋਣਗੀਆਂ। ਇਹੀ ਵੱਡਾ ਕਾਰਨ ਹੈ। ਚਰਨਜੀਤ ਜੀ, ਇੱਕ ਵੱਡੀ ਗੱਲ ਇਹ ਵੀ ਹੈ ਕਿ ਸਰਕਾਰ ਜਿਹੜੀ ਹੈ ਇਸ ਟਾਈਮ ਇਹ ਵੀ ਗੱਲ ਕਹਿ ਰਹੀ ਹੈ ਕਿ ਸਾਡੇ ਕੋਲ ਜਿਹੜਾ ਅਨਾਜ ਹੈ ਉਹ ਸਰਪਲਸ ਪਿਆ ਹੈ ਤੇ ਇਹ ਕਾਨੂੰਨ ਦਾ ਜਿਹੜਾ ਫਾਇਦਾ ਹੈਗਾ ਉਹ ਕਿਸਾਨਾਂ ਨੂੰ ਹੀ ਹੋਏਗਾ। ਅਸੀਂ ਜਾਣਨਾ ਚਾਹਾਂਗੇ ਇਹਦਾ ਫਾਇਦਾ ਕਿਸਾਨਾਂ ਨੂੰ ਕਿਵੇਂ ਹੋਵੇਗਾ। ਦੇਖੋ ਇਹ ਤਾਂ ਬੜੀ ਸਾਫ਼ ਗੱਲ ਇੱਕ ਹੈਗੀ ਹੈ ਕਿ ਤਾਂ ਅੱਜ ਤੋਂ ਨਹੀਂ ਕਿ ਜਦੋਂ ਤੋਂ ਇਹ ਖੇਤੀ ਕਾਨੂੰਨ ਬਣੇ ਨੇ, ਖਾਸ ਕਰਕੇ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦਾ ਜਿਹੜਾ ਪਰਪਸ ਹੈ ਉਹਦੇ ਵਿੱਚ ਹੀ ਇਹਨਾਂ ਨੇ ਲਿਖਿਆ ਹੈਗਾ ਕਿ ਸਾਡੇ ਦੇਸ਼ ਕੋਲੇ ਜਿਹੜਾ ਅਨਾਜ ਹੈ ਫੂਡ ਗ੍ਰੇਨ ਹੈ ਉਹ ਸਰਪਲਸ ਹੈਗਾ। ਤੇ ਔਰ ਉਹਨਾਂ ਨੇ ਜਿਹੜੇ ਆਪਾਂ ਕਹਿ ਦਈਏ ਕਿ ਸਰਕਾਰੀ ਪੱਖ ਕਹਿ ਲਈਏ ਤਾਂ ਉਹ ਤਾਂ ਇਹ ਲੌਜਿਕ ਦਿੰਦੇ ਜਾਂ ਸੰਸਦੀ ਕਮੇਟੀ ਨੇ ਵੀ ਕੱਲ੍ਹ ਕਿਹਾ ਹੈ ਕਿ ਇਸ ਐਕਟ ਨੂੰ ਜਿੰਨਾ ਜਲਦੀ ਹੋ ਸਕੇ ਇਸ ਨੂੰ ਇਨ ਹੈ ਜਿਹੜਾ ਲਾਗੂ ਕਰ ਦਿੱਤਾ ਜਾਵੇ, ਕਿਉਂਕਿ ਇਹਦੇ ਨਾਲ ਕਿਸਾਨਾਂ ਨੂੰ ਬੜਾ ਫਾਇਦਾ ਹੋਏਗਾ। ਜਦੋਂ ਕਿਸਾਨਾਂ ਦੀ ਜਿਣਸ ਆਏਗੀ ਉਹਨਾਂ ਨੂੰ ਆਪਣੀ ਜਿਣਸ ਵੇਚਣ ਲਈ ਮੌਕੇ ਵਧੇਰੇ ਅਵੇਲੇਬਲ ਹੋਣਗੇ ਬਿਲਕੁਲ ਕਿ ਉਹਨਾਂ ਨੂੰ ਮੰਡੀ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਰੜਕੇਗੀ। ਆਪਣੀ ਫਸਲ ਨੂੰ ਜਦੋਂ ਕੰਪੀਟੀਸ਼ਨ ਬਣੇਗਾ ਇੱਕ ਤਰ੍ਹਾਂ ਦਾ, ਬਹੁਤ ਸਾਰੀਆਂ ਕੰਪਨੀਆਂ ਤੋਂ ਅਨਾਜ ਲੈਣ ਲਈ ਆਉਣਗੀਆਂ ਤਾਂ ਉਹਦੇ ਨਾਲ ਕੀ ਉਹਦੀ ਜਿਣਸ ਦਾ ਜਿਹੜਾ ਰੇਟ ਹੈ ਉਹ ਇਨਕਰੀਜ਼ ਹੋਏਗਾ। ਇਹ ਸਰਕਾਰ ਦਾ ਪੱਖ ਹੈ। ਪਰ ਦੂਸਰੀ ਤਰਫ ਜਦੋਂ ਅਸੀਂ ਹਕੀਕਤ ਦੇ ਵਿੱਚ ਦੇਖਦੇ ਹਾਂ ਜਾਂ ਆਪਾਂ ਕਹਿੰਦੇ ਇਨ ਪ੍ਰੈਕਟਿਸ ਦੇਖਦੇ ਹੈਗੇ ਹਾਂ ਤਾਂ ਇਸ ਤਰ੍ਹਾਂ ਦੀ ਤਸਵੀਰ ਨਹੀਂ ਸਾਨੂੰ ਕਿਤੇ ਨਜ਼ਰ ਪੈਂਦੀ ਹੈਗੀ ਹੈ। ਅਸੀਂ ਸਰਪਲਸ ਅਨਾਜ ਕਹਿੰਦੇ ਹਾਂ, ਠੀਕ ਹੈ, ਸਾਡੇ ਕੋਲੇ ਗੋਦਾਮਾਂ ਦੇ ਵਿੱਚ ਬਹੁਤ ਸਰਪਲਸ ਅਨਾਜ ਪਿਆ ਹੋਵੇਗਾ, ਸਾਡੀਆਂ ਫਾਈਲਾਂ ਦੇ ਵਿੱਚ ਸਾਡੇ ਅੰਕੜਿਆਂ ਦੇ ਵਿੱਚ ਅਨਾਜ ਸਰਪਲਸ ਹੋਏਗਾ। ਪਰ ਮੈਟਰ ਇਹ ਗੱਲ ਕਰਦੀ ਹੈਗੀ ਹੈ ਕਿ ਜਿਹੜੇ ਆਮ ਲੋਕ ਹੈ ਕਿ ਉਹਨਾਂ ਕੋਲ ਜਿੰਨਾ ਉਹਨਾਂ ਨੂੰ ਲੋੜੀ ਦਾ ਅਨਾਜ ਹੈ, ਜਿੰਨੀ ਉਹਨਾਂ ਨੂੰ ਡੇਲੀ ਦੀ ਕੈਲਰੀਜ਼ ਲੋੜੀ ਦੀ ਹੈ, ਕਿ ਉਹਨਾਂ ਅਨਾਜ ਉਹਨਾਂ ਕੋਲ ਪਹੁੰਚ ਰਿਹਾ। ਸਾਡੇ ਕੋਲ ਗੁਜਰਾਤ ਹੈ ਜਿੱਥੋਂ ਦੇ ਸਾਡੇ ਪ੍ਰਧਾਨ ਮੰਤਰੀ ਬਿਲੋਂਗ ਕਰਦੇ ਨੇ ਗੁਜਰਾਤ ਨੂੰ, ਉੱਥੇ ਅੱਜ 45% ਜਿਹੜੇ ਬੱਚੇ ਹੈ ਉਹ ਕੁਪੋਸ਼ਣ ਦੀ ਮਾਰ ਹੇਠ ਹੈਗੇ ਨੇ। ਬਿਲਕੁਲ ਅਸੀਂ ਦੇਖਣਾ ਇਹ ਹੈ ਕਿ ਜਿਹੜਾ ਪਰ ਕੈਪੀਟਾ ਅਵੇਲੇਬਿਲਿਟੀ ਆਫ ਫੂਡ ਹੈ ਉਹ ਕਿੰਨੀ ਹੈ। ਉਹ ਤਾਂ ਪਿਛਲੇ 50 ਸਾਲ ਦੀ ਅਸੀਂ ਰੇਸ਼ੋ ਦੇਖ ਰਹੇ ਹਾਂ, ਉਹ ਤਾਂ ਸਟੈਗਨੇਟ ਕਰ ਰਹੀ ਹੈਗੀ ਹੈ। ਉਹਦੇ ਵਿੱਚ ਤਾਂ ਉਸ ਰੇਸ਼ੋ ਨਾਲ ਕੋਈ ਇਨਕਰੀਜ਼ ਨਹੀਂ ਆਈ, ਕੋਈ ਵਾਧਾ ਨਹੀਂ ਆਇਆ। ਤਾਂ ਇਸ ਤੋਂ ਇਲਾਵਾ ਅਸੀਂ ਜੇ ਪਿੱਛੇ ਹਰ ਸਾਲ ਹੰਗਰ ਇੰਡੈਕਸ ਅਸੀਂ ਦੇਖਦੇ ਹੈਗੇ ਹਾਂ, 107 ਮੁਲਕਾਂ ਦੇ ਵਿੱਚੋਂ ਜਿਹੜਾ ਸਾਡੇ ਭਾਰਤ ਦਾ ਥਾਂ ਹੈ ਉਹ ਅਸੀਂ 94 ਨੰਬਰ 'ਤੇ ਹੈਗੇ ਹਾਂ। ਤੇ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲੇ ਫੂਡ ਸਰਪਲਸ ਪਿਆ ਹੈਗਾ। ਹਾਂ, ਇੰਨਾ ਜ਼ਰੂਰ ਹੈਗਾ ਕਿ ਸਾਡੇ ਕਦੇ ਭੁੱਖਮਰੀ ਦੀ ਕੋਈ ਨੌਬਤ ਨਹੀਂ ਆਈ ਇਸ ਕਿਸਮ ਦੀ, ਜਾਂ ਜਿਸ ਰੂਪ ਦੇ ਵਿੱਚ ਅਸੀਂ ਬਾਹਰਲੇ ਦੂਸਰੇ ਕੰਟਰੀਆਂ ਦੇ ਵਿੱਚ ਦੇਖਦੇ ਹਾਂ ਮੌਤਾਂ ਹੁੰਦੀਆਂ ਦੇਖਦੇ ਹਾਂ, ਸਾਡੇ ਸੂਬੇ 'ਚ ਇਸ ਕਿਸਮ ਦੀ ਨਹੀਂ ਆਈ। ਪਿੱਛੇ ਜੇ ਇੱਕ ਉੜੀਸਾ ਦੇ ਵਿੱਚ ਜ਼ਰੂਰ ਤੁਸੀਂ ਕਾਲਾਹੰਡੀ ਦਾ ਨਾਂ ਸੁਣਿਆ ਹੋਵੇਗਾ, ਅਖਬਾਰਾਂ 'ਚ ਕਾਫੀ ਚਰਚਾ ਰਹੀ ਹੈ ਜਦੋਂ ਇਹ ਗੱਲ ਉੱਭਰੀ ਸੀ ਕਿ ਉੱਥੋਂ ਦੇ ਜਿਹੜੇ ਬੱਚੇ ਹੈ ਜਾਂ ਉੱਥੋਂ ਦੇ ਪਰਿਵਾਰ ਹੈ, ਗਰੀਬ ਪਰਿਵਾਰ ਹੈ, ਉਹ ਅੰਬਾਂ ਦੀਆਂ ਜਿਹੜੀਆਂ ਗੁਠਲੀਆਂ ਉਹ ਖਾਣ ਲਈ ਮਜਬੂਰ ਹੋਏ ਨੇ। ਤਾਂ ਸਰਕਾਰ ਹੁਣ ਇਹ ਤਾਂ ਦੇਖਦੀ ਨਹੀਂ ਕਿ ਜਿਸ ਰੇਸ਼ੋ ਨਾਲ ਹੁਣ ਸਾਡੇ ਪਾਪੂਲੇਸ਼ਨ ਵੱਧ ਰਹੀ ਹੈ, ਜਿਸ ਤਰ੍ਹਾਂ ਦਾ ਉਹਨਾਂ ਲੋਕਾਂ ਨੂੰ ਹੈਲਦੀ ਫੂਡ ਚਾਹੀਦਾ ਹੈ ਉਹ ਤਾਂ ਅਸੀਂ ਦੇ ਨਹੀਂ ਪਾ ਰਹੇ, ਤੇ ਸਾਨੂੰ ਸਰਪਲਸ ਦਾ ਕੀ ਫਾਇਦਾ। ਚਰਨਜੀਤ ਜੀ, ਮੈਂ ਵਿੱਚ ਟੋਕਣਾ ਚਾਹਾਂਗਾ ਕਿ ਸਰਕਾਰ ਸਰਪਲਸ ਦੀ ਗੱਲਾਂ ਤਾਂ ਕਰ ਰਹੀ ਹੈ। ਜੇਕਰ ਗੱਲ ਕਰੀਏ ਅਸੀਂ ਆਪਣੇ ਪੁਰਾਣੇ ਅੰਕੜਿਆਂ 'ਤੇ ਨਿਗਾਹ ਮਾਰੀਏ ਤਾਂ ਪਹਿਲਾਂ ਵੀ ਦੇਸ਼ ਵਿੱਚ ਕਈ ਵਾਰ ਅਨਾਜ ਦੀ ਕਮੀ ਜਿਹੜੀ ਹੈਗੀ ਹੈ ਸਾਨੂੰ ਸਾਹਮਣਾ ਕਰਨਾ ਪਿਆ ਉਸ ਚੀਜ਼ ਦਾ। ਜੇਕਰ ਭਵਿੱਖ ਵਿੱਚ ਕਦੇ ਬਾਰਿਸ਼ਾਂ ਨਹੀਂ ਹੁੰਦੀਆਂ ਤੇ ਮੁੜ ਅਨਾਜ ਦੀ ਕਮੀ ਜੇ ਆ ਜਾਂਦੀ ਹੈ, ਇਹ ਜਿਹੜੇ ਸਰਪਲਸ ਅਨਾਜ ਦੀਆਂ ਗੱਲਾਂ ਕਰ ਰਹੇ ਨੇ ਇਹ ਤਾਂ ਕੁਝ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਏਗਾ। ਸਾਨੂੰ ਇਸ ਬਾਰੇ ਵਿਚਾਨਣਾ ਪਾਓ, ਜੇ ਕਦੀ ਇਹੋ ਜਿਹੇ ਹਾਲਾਤ ਆ ਜਾਂਦੇ ਤਾਂ ਸਰਕਾਰਾਂ ਕਿਵੇਂ ਉਹਦਾ ਸਾਹਮਣਾ ਕਰਨਗੀਆਂ। ਆਤਿਸ਼ ਪੰਜਾਬ ਨੇ ਤਾਂ ਬਹੁਤ ਝੱਲਿਆ ਹੈਗਾ, ਸ਼ੁਰੂ ਤੋਂ ਚੱਲਦਾ ਆਇਆ। ਕਿੰਨੇ ਕਾਲ ਚੱਲ ਲਏ, ਕਦੇ ਪਲੇਗ ਚੱਲ ਲਈ, ਕਦੇ ਮੁਗਲ ਚੱਲ ਲਏ ਤੇ ਕਦੇ ਅੰਗਰੇਜ਼ ਚੱਲ ਲਏ, ਤੇ ਜੇ ਹੁਣ ਕੋਈ ਕਸਰ ਬਾਕੀ ਰਹਿ ਗਈ ਸੀ ਤਾਂ ਹੁਕੂਮਤ ਨੂੰ ਵੀ ਚੱਲ ਰਹੇ ਨੇ। ਤੇ ਸਾਡੇ ਕਿਸਾਨ ਹੈ ਜਿਹੜੇ
100 ਦਿਨਾਂ ਤੋਂ ਉੱਪਰ ਹੋ ਗਏ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਔਰ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ, ਉਹਨਾਂ ਦੇ ਇਮੋਸ਼ਨਸ ਨੂੰ ਸਮਝ ਨਹੀਂ ਰਹੀ। ਇਹ ਤਾਂ ਡੇ 1 ਤੋਂ ਸਰਕਾਰ ਸਾਡਾ ਪੰਜਾਬ ਹੈ ਜਿਹੜਾ ਚੱਲਦਾ ਰਿਹਾ, ਖਾਸ ਕਰਕੇ ਕਿਸਾਨ ਚੱਲਦੇ ਰਹੇ ਨੇ। ਤੁਸੀਂ ਨਜ਼ਰ ਮਾਰੋ ਕਿ ਜਦੋਂ ਈਸਟ ਇੰਡੀਆ ਕੰਪਨੀ ਸੀ ਸਾਡੇ ਇੱਥੇ, ਤਾਂ ਈਸਟ ਇੰਡੀਆ ਕੰਪਨੀ ਦੇ ਜਿਹੜੇ ਦੌਰਾਨ ਜਿੰਨਾ ਟਾਈਮ ਰਹੀ ਇੱਥੇ, ਤਾਂ ਉਹਨਾਂ ਟਾਈਮਾਂ ਦੇ ਵਿੱਚ ਤਕਰੀਬਨ 11 ਕਾਲ ਹੈ ਜਿਹੜੇ ਟਾਈਮ ਟੂ ਟਾਈਮ ਪਏ। 8-9 ਵਾਰ ਉਦੋਂ ਮਹਿੰਗਾਈ ਵਧੀ। ਇਸ ਤਰ੍ਹਾਂ ਜਿਹੜੀ ਮਹਾਰਾਣੀ ਨੇ ਜਦੋਂ ਇੱਥੇ ਸਾਡੇ ਸੱਤਾ ਸੰਭਾਲੀ ਸੀਗੀ, ਤਾਂ ਉਦੋਂ ਵੀ ਤਕਰੀਬਨ 8 ਵਾਰੀ ਕਾਲ ਪਏ। ਅਸੀਂ 19 ਵਾਰ ਕਾਲ ਹੈ ਜਿਹੜੇ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਝੱਲ ਲਏ ਸੀਗੇ। ਉਸ ਤੋਂ ਬਾਅਦ ਜਿਹੜੇ ਹੁਣ ਅਸੀਂ ਬਣਾਉਣੇ ਹੈਗੇ ਨਾ ਕਿ ਸਾਡੇ ਕੋਲੇ ਬੜੇ ਗੋਦਾਮ ਭਰੇ ਹੋਏ ਨੇ, ਸਾਡੇ ਕੋਲੇ ਵਾਧੂ ਅਨਾਜ ਬਣਾਇਆ, ਜਿਹੜੇ ਅਸੀਂ ਇਹ ਹਵਾਈ ਕਿਲੇ ਉਸਾਰ ਰਹੇ ਹੈਗੇ ਨਾ, ਜੇ 2 ਵਾਰੀ ਇੱਕ ਅੱਧੀ ਵਾਰ ਸੋਕਾ ਪੈ ਗਿਆ ਨਾ, ਇਹ ਸਾਰੇ ਕਿਲੇ ਆ ਜਿਹੜੇ ਉਹ ਢਹਿ ਢੇਰੀ ਹੋ ਜਾਣੇ ਨੇ। ਤਾਂ ਦੇਸ਼ ਜਦੋਂ ਆਜ਼ਾਦ ਹੋਇਆ ਸੀਗਾ, ਤੇ ਜਿਹੜੇ ਸਾਨੂੰ ਤੁਹਾਡੇ ਪਹਿਲਾਂ ਵੀ ਆਪਾਂ ਕਈ ਵਾਰੀ ਚਰਚਾ ਕੀਤੀ ਹੈਗੀ ਹੈ ਕਿ ਅਸੀਂ ਅਮਰੀਕਾ ਤੋਂ ਜਿਹੜਾ PL 480 ਸਾਡਾ ਸਮਝੌਤਾ ਹੋਇਆ ਸੀਗਾ, ਉਹਦੇ ਤਹਿਤ ਜਿਹੜਾ ਅਸੀਂ ਅਨਾਜ ਉੱਥੋਂ ਮੰਗਾਉਂਦੇ ਰਹੇ ਹੈਗੇ ਆ, ਅਰਜਨਟਾਈਨਾ ਤੋਂ ਮੰਗਾਉਂਦੇ ਰਹੇ ਆ, ਕੈਨੇਡਾ ਤੋਂ ਮੰਗਾਉਂਦੇ ਰਹੇ ਆ, ਕਿਉਂਕਿ ਸਾਡੇ ਤਾਂ ਅਨਾਜ ਦੀ ਤੁੜ ਸੀਗੀ। ਕਦੇ 50 ਲੱਖ ਟਨ ਮੰਗਾ ਲਿਆ, ਕਦੇ 1 ਕਰੋੜ ਲੱਖ ਟਨ ਮੰਗਾ ਲਿਆ, ਇੰਨਾ ਆਉਂਦਾ ਰਿਹਾ। ਇਹ ਤਾਂ ਜਦੋਂ ਭਾਰਤ ਪਾਕ ਦੀ ਜੰਗ ਹੋਈ ਹੈ 1965 ਵਾਲੀ, ਤੇ ਉਦੋਂ ਜਾ ਕੇ ਠੱਲ ਪਈ ਜਦੋਂ ਅਮਰੀਕਾ ਨੇ ਸਾਨੂੰ ਅਨਾਜ ਦੇਣ ਤੋਂ ਮਨਾ ਕਰਤਾ, ਨਾ ਕਰਤੀ। ਤੇ ਉਦੋਂ ਸਾਡੀਆਂ ਹਕੂਮਤਾਂ ਨੇ ਸੋਚਿਆ ਕਿ ਸਾਨੂੰ ਆਪਣੇ ਪੈਰਾਂ 'ਤੇ ਜਿਹੜਾ ਖੜਾ ਹੋਣਾ ਪਏਗਾ, ਸਾਨੂੰ ਆਪਣੀ ਉਨੀ ਪ੍ਰੋਡਕਸ਼ਨ ਆ ਜਿਹੜੀ ਵਧਾਉਣੀ ਪਏਗੀ। ਫਿਰ ਦੇਖੋ ਨਹਿਰੂ ਨੇ ਨਾਅਰਾ ਦਿੱਤਾ ਕਿ ਤੁਸੀਂ ਆਪਣੀ ਪੈਦਾਵਾਰ ਵਧਾਓ। ਉਹਨਾਂ ਨੇ ਤਾਂ ਅਨਾਊਂਸ ਕੀਤਾ ਸੀ ਕਿ ਅਸੀਂ ਟਰੈਕਟਰ ਵੀ ਤੁਹਾਨੂੰ ਇਨਾਮਾਂ ਦੇ ਵਿੱਚ ਦੇਵਾਂਗੇ। ਉਹਨਾਂ ਨੇ ਦਰਖਤ ਲਾਉਣ ਦੀ ਗੱਲ ਕਹੀ ਸੀ। ਲਾਲ ਬਹਾਦਰ ਸ਼ਾਸਤਰੀ ਨੇ ਨੂੰ ਮਜਬੂਰ ਹੋਣਾ ਪਿਆ ਸੀ, ਕਹਿਣਾ ਪਿਆ ਸੀ ਇਹ ਕਿ ਤੁਸੀਂ ਇੱਕ ਡੰਗ ਦੀ ਰੋਟੀ ਛੱਡ ਦਿਓ। ਤੇ ਅਸੀਂ ਇਹ ਸਾਰਾ ਜਦੋਂ ਹਰੀ ਕ੍ਰਾਂਤੀ ਦਾ ਦੌਰ ਆਉਂਦਾ ਹੈਗਾ 1960 ਤੋਂ ਲੈ ਕੇ 80 ਤੱਕ, ਅਸੀਂ ਆਪਣੇ ਮੁਲਕ ਨੂੰ ਆਤਮ ਨਿਰਭਰ ਬਣਾ ਲਏ ਹਾਂ। ਮਸਲਾ ਇਹ ਨਹੀਂ ਹੈਗਾ ਕਿ ਸਾਨੂੰ ਬਹੁਤ ਵਧੀਆ ਬੀਜ ਮਿਲ ਗਏ ਹਰੀ ਕ੍ਰਾਂਤੀ ਦੇ ਵਿੱਚ, ਸਾਨੂੰ ਕੀਟਨਾਸ਼ਕ ਮਿਲ ਗਏ, ਸਾਨੂੰ ਪੈਸਟੀਸਾਈਡ ਮਿਲ ਗਏ, ਸਾਨੂੰ ਖੇਤੀ ਮਸ਼ੀਨਰੀ ਮਿਲ ਗਈ। ਉਹਦੇ 'ਚ ਕਿਸਾਨਾਂ ਦਾ ਯੋਗਦਾਨ ਹੈ ਮੇਨ। ਕਿਸਾਨਾਂ ਨੇ ਸਾਰਾ ਕੁਛ ਆਪਣੇ ਪਿੰਡੇ ਹਟਾਇਆ। ਕਿਸਾਨਾਂ ਨੇ, ਆਪਾਂ ਅੱਜ ਗੁਜਰਾਤ ਦੇ ਕਿਸਾਨਾਂ ਦੀ ਗੱਲ ਕਰਦੇ ਹੈਗੇ ਆ, ਇੱਧਰ ਉਤਰਾਈ ਦੇ ਕਿਸਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਜੰਗਲ 'ਚ ਮੰਗਲ ਰਾਏ ਨੇ, ਉੱਥੇ ਪਥਰਾਟ ਭੰਨੇ ਨੇ ਜਾ ਕੇ ਗੁਜਰਾਤ ਦੇ ਵਿੱਚ। ਇਹ ਕਿਸਾਨਾਂ ਦੀ ਮਿਹਨਤ ਦਾ ਜਿਹੜਾ ਮੁੱਲ ਹੈਗਾ। ਤੇ ਹੁਣ ਜੇ ਅਸੀਂ ਕਹੀਏ ਉਸ ਨੂੰ ਭੁੱਲ ਰਹੇ ਹਾਂ, ਅਸੀਂ ਤਾਂ ਜਦੋਂ ਛੋਟੇ ਹੁੰਦੇ ਸੁਣਦੇ ਰਹੇ ਹਾਂ, ਇੰਦਰਾ ਤੇਰੀ ਸੜਕ 'ਤੇ ਖਾਲੀ ਢੋਲ ਖੜਕਦੇ। ਤੇ ਇਹ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਇਹ ਤਾਂ ਪੈਦਾ ਹੀ ਚੋਰ ਬਾਜ਼ਾਰੀ ਨੂੰ ਪੈਦਾ ਕਰੇਗਾ, ਕਾਲਾ ਬਾਜ਼ਾਰੀ ਨੂੰ ਬੜਾਵਾ ਦੇਵੇਗਾ। ਤੇ ਸਾਡੇ ਤਾਂ ਟਾਈਮ ਟੂ ਟਾਈਮ ਹਮੇਸ਼ਾ 1980 ਦੇ ਵਿੱਚ ਜਦੋਂ ਸਰਕਾਰ ਸੀਗੀ, ਉਦੋਂ ਬੜਾ ਇਹ ਰੌਲਾ ਪੈਂਦਾ ਹੁੰਦਾ ਤੇਲ ਦਾ। ਹੁਣ ਤਾਂ ਅਸੀਂ ਡੀਜ਼ਲ ਪੈਟਰੋਲ ਖੁੱਲ੍ਹਾ ਲੈ ਸਕਦੇ ਹਾਂ। ਇਹ ਵੱਖਰੀ ਗੱਲ ਹੈ ਕਿ ਰੇਟ ਆ ਜਿਹੜੇ ਕਈ ਗੁਣਾ ਵੱਧ ਗਏ। ਉਦੋਂ 2.25 ਰੁਪਏ ਲੀਟਰ ਆ ਜਿਹੜਾ ਡੀਜ਼ਲ ਹੁੰਦਾ ਸੀਗਾ 1980 ਦੇ ਵਿੱਚ, ਤਾਂ ਉਦੋਂ ਤੇਲ ਦਾ ਕੋਟਾ ਹੁੰਦਾ ਸੀ ਕਿ ਇੱਕ ਟਰੈਕਟਰ ਨੂੰ ਅਸੀਂ 30 ਲੀਟਰ ਦੇਵਾਂਗੇ। ਤਾਂ ਉਦੋਂ ਬਲੈਕ ਬਹੁਤ ਚੱਲਦੀ ਸੀਗੀ ਕਿ ਤੇਲ ਪੰਪਾਂ ਵਾਲੇ ਬਲੈਕ ਦੇ ਵਿੱਚ ਵੇਚਦੇ ਸੀ, ਚਾਹੇ ਉਹ ਮਿੱਟੀ ਦਾ ਤੇਲ ਹੈ, ਚਾਹੇ ਡੀਜ਼ਲ ਹੈ। ਇਵੇਂ ਜਿਵੇਂ ਖਾਦਾਂ ਦੀ ਬਲੈਕ ਹੁੰਦੀ ਸੀ, ਸੀਮੈਂਟ ਦੀ ਬਲੈਕ ਹੁੰਦੀ ਸੀ। ਅਸੀਂ ਜੇ ਪਿੱਛੇ ਨਜ਼ਰ ਮਾਰੀਏ ਹਰੀ ਕ੍ਰਾਂਤੀ ਵੇਲੇ, ਤੇ ਲੋਕ ਲਾਈਨਾਂ 'ਚ ਲੱਗ ਕੇ ਡਿਪੂਆਂ 'ਤੇ ਜਿਹੜਾ ਰਾਸ਼ਨ ਲੈਂਦੇ ਰਹੇ ਨੇ। ਅਸੀਂ ਇਹ ਸਾਰਾ ਕੁਛ ਆਪਣੇ ਪਿੰਡੇ ਹੰਡਾਇਆ ਹੈ। ਤਾਂ ਸਰਕਾਰਾਂ ਨੂੰ ਇਹ ਗੱਲ ਭੁੱਲ ਨਹੀਂ ਜਾਣੀ ਚਾਹੀਦੀ ਕਿ ਅਸੀਂ ਕਿੰਨਾਂ ਦੌਰਾਂ ਦੇ ਵਿੱਚ ਦੀ ਗੁਜ਼ਰੇ ਹੋਏ ਹਾਂ, ਕਿੰਨੇ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਅਸੀਂ ਮੁਲਕ ਨੂੰ ਆਪਣੇ ਅਨਾਜ ਦੇ ਵਿੱਚ ਪੈਦਾਵਾਰ 'ਚ 1 ਨੰਬਰ 'ਤੇ ਕੀਤਾ ਹੈ। ਤਾਂ ਇਹ ਸਰਪਲਸ ਹੈ ਜਿਹੜੀ, ਇਹਨੂੰ ਰਾਗ ਨੂੰ ਛੱਡਣਾ ਚਾਹੀਦਾ। ਹੁਣ ਰਾਗ ਕਿਹੜਾ ਫੜਨਾ ਚਾਹੀਦਾ? ਉਹ ਫੜਨਾ ਚਾਹੀਦਾ ਕਿ ਜਿਹੜੇ ਸਾਡੇ ਕਿਸਾਨ ਬੈਠੇ ਹੈ ਉਹਨਾਂ ਦਾ ਰਾਗ ਵੀ ਸੁਣਨਾ ਚਾਹੀਦਾ, ਅਤੇ ਉਹਨਾਂ ਦੀ ਜਿਹੜੀ ਆਤਮਾ ਦੀ ਆਵਾਜ਼ ਨੂੰ ਵੀ ਸੁਣਨਾ ਚਾਹੀਦਾ, ਤਾਂ ਕਿ ਉਹ ਵਿਚਾਰੇ ਮੁੜ ਆਪਣੇ ਘਰਾਂ ਨੂੰ ਸੁੱਖ ਸ਼ਾਂਤੀ ਨਾਲ ਵਰਤ ਸਕਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।